ਭੂਰਿਆਂ ਵਾਲੇ ਰਾਜੇ ਕੀਤੇ ਭਾਗ 38 ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਦੀ ਸ਼ਹੀਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਹੌਰੋਂ ਚੜ੍ਹਦੇ ਵਿੱਚ 20 ਕੁ ਮੀਲ 32 ਕਿਲੋਮੀਟਰ ਦੇ ਫਾਸਲੇ ਤੇ ਇੱਕ ਤਕੜਾ ਪਿੰਡ ਪੜਾਣਾ ਹੈ। ਇਸ ਨੂੰ ਪੜਾਣਾ ਜਾਂ ਪੜਾੜਾ ਕਿਹਾ ਜਾਂਦਾ ਹੈ। ਇਹ ਪਿੰਡ ਹੁਣ ਪਾਕਿਸਤਾਨ ਵਿੱਚ ਹੈ। ਬਾਬੇ ਜੱਲਣ ਤੇ ਚੌਧਰੀ ਸਾਹਿਬ ਰਾਏ ਦਾ ਪਿੰਡ ਨਸ਼ਹਿਰਾ ਢਾਲਾ ਹਿੰਦ ਪਾਕਿਸਤਾਨ ਦੀ ਪੱਛਮੀ ਹੱਦ ਰੇਖਾ ਉੱਤੇ ਸਥਿਤ ਹੈ। ਇਸ ਦੀਆਂ ਬਾਹਰਲੀਆਂ ਗਲੀਆਂ ਨਾਲ ਦੀ ਹੱਦ ਲੰਘਦੀ ਹੈ ਤੇ ਦੋਵੇਂ ਪਿੰਡ ਬਿਲਕੁਲ ਆਹਮਣੇ ਸਾਹਮਣੇ ਹਨ। ਪੜਾਣਾ ਹੱਦ ਰੇਖਾ ਤੋਂ ਕੇਵਲ 1 ਕਿਲੋਮੀਟਰ ਪਿੱਛੇ ਹੈ। ਬਾਬਾ ਤਾਰਾ ਸਿੰਘ ਵਾਂ ਦੇ ਨਾਲ ਸ਼ਹੀਦ ਹੋਣ ਵਾਲੇ ਦੋ ਭਰਾ ਗੁਰਬਖਸ਼ ਸਿੰਘ ਤੇ ਮਾਲੀ ਸਿੰਘ ਦਾ ਪਿੰਡ ਵੀ ਇਹੋ ਪੜਾਣਾ ਹੀ ਸੀ। ਸੰਧੂ ਗੋਤ ਦੇ ਜੱਟ ਇਸ ਵਿੱਚ ਵੱਸਦੇ ਸਨ। ਇਥੋਂ ਦਾ ਇੱਕ ਜੱਟ ਸਿੱਖ ਸਰਦਾਰ ਬੋਤਾ ਸਿੰਘ, ਇੱਕ ਉਸ ਦਾ ਜੋਟੀਦਾਰ ਸਰਦਾਰ ਗਰਜਾ ਸਿੰਘ। ਅੰਮ੍ਰਿਤ ਛਕ ਕੇ ਸਿੰਘ ਸੱਜਣ ਤੋਂ ਪਹਿਲਾਂ ਇਹ ਪਛੜੀਆਂ ਜਾਤਾਂ ਵਿੱਚੋਂ ਮਜ਼੍ਹਬੀ ਅਖਵਾਉਂਦੇ ਸਨ। ਇਹ ਸਤਲੁਜੋਂ ਪਾਰ ਨਹੀਂ ਸਨ ਗਏ, ਸਗੋਂ ਇਧਰ ਮਾਝੇ ਵਿੱਚ ਹੀ ਰਹੇ ਤੇ ਲੋਕ ਛਿਪ ਕੇ ਦਿਨ ਬਿਤਾ ਰਹੇ ਸਨ। ਭਾਵੇਂ ਜ਼ਕਰੀਆ ਖਾਨ ਨੇ ਬੜੀ ਹੀ ਕਰੜਾਈ ਕਰ ਛੱਡੀ ਸੀ, ਪਰ ਉਹ ਮੌਕਾ ਪਾ ਕੇ ਰਾਤ ਬਰਾਤੇ ਅੰਮ੍ਰਿਤਸਰ ਤੇ ਤਰਨਤਾਰਨ ਇਸ਼ਨਾਨ ਕਰਨ ਜਾਇਆ ਕਰਦੇ। ਇੱਕ ਦਿਨ ਉਹ ਇਸ਼ਨਾਨ ਕਰਕੇ ਦਿਨੇ ਸ਼ਹਿਰੋਂ ਲਹਿੰਦੇ ਪਾਸੇ ਦੇ ਜੰਗਲ ਵਿੱਚ ਲੁਕੇ ਬੈਠੇ ਸਨ ਕਿ ਪਰੇ ਨਾਲ ਹੀ ਰਾਹੇ ਰਾਹ ਲੰਘੇ ਜਾਂਦੇ ਰਾਹੀਆਂ ਦੀਆਂ ਆਪਸੀ ਗੱਲਾਂ ਉਹਨਾਂ ਦੇ ਕੰਨੀ ਪਈਆਂ। ਇੱਕ ਨੇ ਵੇਖ ਕੇ ਦੂਜੇ ਨੂੰ ਆਖਿਆ ਕਿ ਉਧਰ ਵੇਖ, ਦੋ ਸਿੰਘ ਲੁਕੇ ਬੈਠੇ ਹਨ। ਦੂਜਾ ਬੋਲਿਆ, ਹਾਂ, ਦੋ ਜਣੇ ਹਨ ਤਾਂ ਸਹੀ, ਪਰ ਇਹ ਸਿੰਘ ਨਹੀਂ ਹੋ ਸਕਦੇ। ਕਿਉਂ ਸਿੰਘ ਕਿਉਂ ਨਹੀਂ ਹੋ ਸਕਦੇ? ਬਣਾ ਕੇ ਵੇਖ, ਲੀੜੇ ਕੱਪੜੇ ਸਿੰਘਾਂ ਵਾਲੇ ਹੀ ਹਨ, ਵਿਚਾਰੇ ਮਾਰੀ ਦੇ ਲੁਕੇ ਬੈਠੇ ਹਨ। ਦੂਜੇ ਨੇ ਥੋੜੀ ਜੀ ਤਿੱਖੀ ਸੁਰ ਨਾਲ ਕਿਹਾ, ਭੋਲਿਆ, ਕਦੀ ਸਿੰਘ ਵੀ ਲੁਕਦੇ ਹਨ? ਜਿੱਥੇ ਵੀ ਹੋਣਗੇ ਬੁੱਕਣਗੇ। ਇਹ ਤਾਂ ਕੋਈ ਗਿੱਦੜ ਹਨ, ਤੂੰ ਪੈਰ ਪੁੱਟੀ ਆ, ਆਪਾਂ ਇਹਨਾਂ ਤੋਂ ਕੀ ਲੈਣਾ? ਹੋ ਸਕਦਾ ਲੀੜੇ ਲਾਉਣ ਵਾਲੇ ਲੁਟੇਰੇ ਹੀ ਹੋਣ। ਰਾਈਆਂ ਦੀ ਬੋਲੀ ਸਿੰਘਾਂ ਦਾ ਸੀਨਾ ਚੀਰ ਗਈ। ਖੂਨ ਉਬਾਲੇ ਖਾਣ ਲੱਗਾ। ਦੋਹਾਂ ਗੁਰਮਤਾ ਕੀਤਾ ਕਿ ਹੁਣ ਲੁਕ ਛਿਪ ਕੇ ਜਿਉਣਾ ਧ੍ਰਿਗ ਹੈ। ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ਹੀਦੀ ਪਾਈਏ। ਦੋਹਾਂ ਕਿਰਪਾਨਾਂ ਮਾਂਜ ਲਈਆਂ ਤੇ ਬੇਰੀ ਦੇ ਦੋ ਮਜ਼ਬੂਤ ਸੋਟੇ ਫੜ ਲਏ ਅਤੇ ਨੂਰਦੀਨ ਦੀ ਸਰਾਂ ਤੋਂ ਚੜ੍ਹਦੇ ਪਾਸੇ 1.5 ਕਿਲੋਮੀਟਰ ਅੱਗੇ ਹੋ ਕੇ ਲਾਹੌਰ ਵਾਲੀ ਸੜਕ ਤੇ ਖਲੋ ਗਏ। ਜਗਾਤ ਲਾਉਣ ਵਾਲੀ ਥਾਂ ਲਾਹੌਰ ਵਾਲੀ ਸ਼ਾਹੀ ਸੜਕ ਜੋ ਨੂਰਦੀਨ ਦੀ ਸਰਾਂ ਨਾਲ ਹੀ ਲੰਘ ਕੇ ਤਰਨਤਾਰਨ ਥਾਣੀ ਗੋਇੰਦਵਾਲ ਪੱਤਣ ਨੂੰ ਲੰਘਦੀ ਸੁਲਤਾਨਪੁਰ ਲੋਧੀ ਨਕੋਦਰ ਨੂਰ ਮਹਿਲ ਦੀ ਸਰਾਂ ਵਿੱਚ ਦੀ ਹੁੰਦੀ ਤਲਬਣੋਂ ਸਤਲੁਜ ਪਾਰ ਕਰਕੇ ਸਰਹੰਦ ਪਹੁੰਚ ਕੇ ਦਿੱਲੀ ਅੱਪੜਦੀ ਸੀ। ਉੱਤੇ ਨੂਰਦੀਨ ਦੀ ਸਰਾਂ ਤੋਂ 1.5 ਕਿਲੋਮੀਟਰ ਚੜ੍ਹਦੇ ਪਾਸੇ ਤਰਨਤਾਰਨ ਤੋਂ 5 ਕਿਲੋਮੀਟਰ ਪੱਛਮ ਵਿੱਚ ਸਥਿਤ ਹੈ। ਇੱਥੇ ਹੀ ਸਿੰਘ ਜਲਾਲੂਦੀਨ ਦੀ ਫੌਜ ਨਾਲ ਲੜ ਕੇ ਸ਼ਹੀਦ ਹੋਏ ਸਨ। ਸੜਕੋਂ 50 ਗਜ ਹਟ ਕੇ ਦੱਖਣ ਵਿੱਚ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਹ ਦੋਵੇਂ ਇਸ ਸੜਕ ਤੇ ਖਲੋ ਗਏ ਤੇ ਸੜਕੇ ਲੰਘਣ ਵਾਲਿਆਂ ਤੋਂ ਆਨਾ ਗੱਡਾ ਤੇ ਪੈਸਾ ਖੋਤਾ ਮਹਿਸੂਲ ਉਗਰਾਉਣ ਲੱਗ ਪਏ। ਲੰਘਣ ਵਾਲੇ ਜਗਾਤ ਭਾਵ ਮਹਿਸੂਲ ਦਿੰਦੇ ਤੇ ਆਪਣੇ ਰਾਹੇ ਪੈ ਜਾਂਦੇ, ਪਰ ਅੱਗੋਂ ਚੂੰ ਚਾਂ ਕੋਈ ਨਾ ਕਰਦਾ। ਜੇ ਕਿਸੇ ਪੁੱਛਿਆ ਕਿ ਇਹ ਜਗਾਤ ਕਿਹੀ, ਜਵਾਬ ਮਿਲਦਾ ਕਿ ਮੁਗਲ ਰਾਜ ਖਤਮ ਕਰਕੇ ਖਾਲਸਾ ਰਾਜ ਕਾਇਮ ਕੀਤਾ ਗਿਆ ਹੈ। ਇਹ ਖਾਲਸਾ ਰਾਜ ਦੀ ਜਗਾਤ ਹੈ। ਫਿਰ ਵੀ ਕੋਈ ਨਾ ਉਭਾ ਸਰਦਾ। ਇਸ ਤਰ੍ਹਾਂ ਜਦ 4-5 ਦਿਨ ਲੰਘ ਗਏ ਤੇ ਉਹਨਾਂ ਵਿਰੁੱਧ ਕੋਈ ਹਿਲਜੁਲ ਨਾ ਹੋਈ ਤਾਂ ਸਿੰਘਾਂ ਵੱਲੋਂ ਬੇਪਰਵਾਹ ਹੋ ਕੇ ਸੁੱਤੀ ਪਈ ਮੁਗਲ ਸਰਕਾਰ ਨੂੰ ਟੁੰਬਣ ਜਗਾਉਣ ਲਈ ਬੋਤਾ ਸਿੰਘ ਨੇ ਸੂਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ। ਮੈਂ ਹਾਂ ਸਿੰਘ ਬੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ, ਤੂੰ ਹੈ ਨਲਾਇਕ ਖੋਤਾ, ਤੈਥੋਂ ਰਾਜ ਨਹੀਂ ਹੋਤਾ, ਤੂੰ ਜਾਵੇਂਗਾ ਦਰਗਾਹ ਰੋਤਾ, ਤੂੰ ਆਖੀ ਭਾਬੀ ਖਾਨੋ ਨੂੰ, ਤੇਰਾ ਦੇਵਰ ਹੈਗਾ ਸਿੰਘ ਬੋਤਾ। ਨੋਟ: ਗਿਆਨੀ ਗਿਆਨ ਸਿੰਘ, ਸ਼ਮਸ਼ੇਰ ਖਾਲਸਾ, ਗੁਰਮੁਖੀ ਪੰਨਾ ਨੰਬਰ 76। ਖਾਨੋ ਬੇਗਮ ਜਾਂ ਖਾਨਮ ਬੇਗਮ ਨਵਾਬ ਖਾਨ ਬਹਾਦਰ ਦੀ ਵੱਡੀ ਭੈਣ ਅਤੇ ਫਰਜ਼ੁੱਲਾ ਖਾਨ ਜ਼ਫਰੁੱਲਾ ਖਾਨ ਦੀ ਇਸਤਰੀ ਸਿੰਘਾਂ ਦੀ ਵੱਡੀ ਵੈਰਨ ਸੀ। ਸਿੰਘਾਂ ਨੂੰ ਮਾਰ ਮਕਾਉਣ ਲਈ ਮੁਲਾਣਿਆਂ ਵਾਂਗ ਹੀ ਇਹ ਆਪਣੇ ਭਰਾ
ਖਾਨ ਬਹਾਦਰ ਨੂੰ ਹਮੇਸ਼ਾ ਤੁਖਣਾ ਦਿੰਦੀ ਰਹਿੰਦੀ। ਫੜੇ ਆਏ ਸਿੰਘਾਂ ਨੂੰ ਬੜੇ ਬੜੇ ਤਸੀਹੇ ਦਵਾ ਕੇ ਮਰਵਾਉਣ ਵਿੱਚ ਇਸ ਨੂੰ ਬੜਾ ਮਜ਼ਾ ਆਉਂਦਾ ਸੀ। ਇਹ ਚਿੱਠੀ ਲਾਹੌਰ ਵੱਲ ਜਾਂਦੇ ਸੌਦਾਗਰ ਦੇ ਹੱਥ ਦੇ ਕੇ ਖਾਨ ਬਹਾਦਰ ਪਾਸ ਪਹੁੰਚਾ ਦਿੱਤੀ। ਚਿੱਠੀ ਪੜ੍ਹੀ ਤਾਂ ਨਵਾਬ ਨੂੰ ਸੱਤੀ ਕੱਪਣੀ ਅੱਗ ਲੱਗ ਗਈ। ਉਸੇ ਵੇਲੇ ਫੌਜਦਾਰ ਜਲਾਲੂਦੀਨ ਨੂੰ 100 ਸਵਾਰ ਦੇ ਕੇ ਸਰਦਾਰ ਬੋਤਾ ਸਿੰਘ ਦੇ ਵਿਰੁੱਧ ਚਾੜਿਆ ਤੇ ਨਾਲ ਹੀ ਪੱਕੀ ਕੀਤੀ ਕਿ ਬੋਤਾ ਸਿੰਘ ਨੂੰ ਜਿਉਂਦਿਆਂ ਫੜ ਕੇ ਲਾਹੌਰ ਲਿਆਂਦਾ ਜਾਵੇ। ਜਲਾਲੂਦੀਨ ਦਾ ਸਿੰਘਾਂ ਵਿਰੁੱਧ ਚੜ ਕੇ ਆਉਣਾ। ਜਲਾਲੂਦੀਨ ਖਾਨ ਆਪਣੇ 100 ਸਵਾਰ ਲੈ ਕੇ ਮਾਰੋ ਮਾਰ ਕਰਦਾ ਸਿੰਘਾਂ ਪਾਸ ਆ ਪਹੁੰਚਾ ਅਤੇ ਸਿੰਘਾਂ ਨੂੰ ਘੇਰਾ ਪਾ ਲਿਆ। ਇਹੋ ਤਾਂ ਉਹ ਚਾਹੁੰਦੇ ਸਨ। ਦੋਵੇਂ ਸਿੰਘ ਕਮਰ ਕੱਸੇ ਕਰਕੇ ਅੱਗੋਂ ਮੁਕਾਬਲੇ ਲਈ ਡਟ ਖਲੋਤੇ। ਇਹ ਤੱਕ ਕਿ ਫੌਜਦਾਰ ਨੇ ਕਿਹਾ, ਮੇਰਾ ਮੁਕਾਬਲਾ ਕਰਕੇ ਤੁਹਾਨੂੰ ਕੋਈ ਨਫਾ ਨਹੀਂ ਹੋਣਾ। ਮੇਰੇ 100 ਬਹਾਦਰਾਂ ਅੱਗੇ ਤੁਹਾਡਾ ਕੀ ਵੱਟੀ ਦਾ ਹੈ? ਕਿੰਨਾ ਕੁ ਚਿਰ ਭਲਾ ਅੜੋਗੇ? ਅਜਾਈ ਮੌਤ ਨਾ ਵਿਹਾਜੋ। ਮੇਰੀ ਮੰਨੋ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਓ। ਜੋ ਪੈਸਾ ਇਕੱਠਾ ਕੀਤਾ ਹੈ ਬੰਨ ਕੇ ਸਿਰਾਂ ਤੇ ਧਰ ਲਵੋ ਤੇ ਅੱਗੇ ਲੱਗ ਤੁਰੋ। ਨਵਾਬ ਖਾਨ ਬਹਾਦਰ ਸਾਹਿਬ ਬਹੁਤ ਮਿਹਰਬਾਨ ਹਨ, ਉਸ ਪਾਸੋਂ ਮੁਆਫੀ ਲੈ ਦੇਵਾਂਗਾ। ਉੱਤਰ ਵਿੱਚ ਸਰਦਾਰ ਬੋਤਾ ਸਿੰਘ ਨੇ ਗਰਜ ਕੇ ਆਖਿਆ ਕਿ ਅਸੀਂ ਸਿੰਘਾਂ ਸੂਰਮਿਆਂ ਵਾਂਗ ਰਣ ਵਿੱਚ ਪੁਰਜਾ ਹੋ ਕੇ ਮਰਨ ਲਈ ਨਿਤਰੇ ਹਾਂ ਅਤੇ ਮਾਫੀ ਮੰਗ ਕੇ ਗੀਦੀਆਂ ਪਾਜੀਆਂ ਵਾਂਗ ਜਿਉਣਾ ਵੱਡੀ ਲਾਹਨਤ ਸਮਝਦੇ ਹਾਂ। ਮੁਗਲਾਂ ਅੱਜ ਤੱਕ ਸਾਰਾ ਤਾਣ ਲਾ ਲਿਆ ਹੈ ਸਿੰਘਾਂ ਉੱਤੇ ਜ਼ੁਲਮ ਢਾਉਣ ਵਿੱਚ, ਪਰ ਕਦੀ ਸੁਣਿਆ ਹੀ ਕਿਸੇ ਇੱਕ ਵੀ ਸਿੰਘ ਨੇ ਤੇਰੇ ਨਵਾਬ ਤੋਂ ਮੁਆਫੀ ਮੰਗੀ ਹੋਵੇ। ਇਹ ਸਬਕ ਕਿਸੇ ਹੋਰ ਨੂੰ ਦੇ। ਤੂੰ ਸਾਡੇ ਤੇ ਚੜ ਕੇ ਆਇਆ ਹੈ ਤੇ ਜੇ ਸਿੰਘਾਂ ਦੀ ਬਹਾਦਰੀ ਦੇ ਜਲਵੇ ਵੇਖਣੇ ਚਾਹੁੰਦਾ ਏ ਤਾਂ ਸਾਡੇ ਦੋਹਾਂ ਦੇ ਟਾਕਰੇ ਉੱਤੇ ਆਪਣੇ 5-5 ਸਿਪਾਹੀ ਮੈਦਾਨ ਵਿੱਚ ਕੱਢੀ ਚੱਲ। ਲੜਾਈ ਤੇ ਸਿੰਘਾਂ ਦੀ ਸ਼ਹੀਦੀ। ਫੌਜਦਾਰ ਨੇ ਬੋਤਾ ਸਿੰਘ ਦੀ ਵੰਗਾਰ ਸੁਣੀ ਤਾਂ ਕ੍ਰੋਧ ਨਾਲ ਭਖ ਉੱਠਿਆ। ਉਸ ਨੂੰ ਆਪਣੇ ਸੂਰਮਿਆਂ ਉੱਤੇ ਬੜਾ ਮਾਣ ਸੀ। ਉਸ ਨੇ ਝਟ ਆਪਣੇ 4 ਚੋਣਵੇਂ ਸਿਪਾਹੀ ਮੈਦਾਨ ਵਿੱਚ ਕੱਢੇ। ਇਹ ਹੱਥੀਂ ਤਲਵਾਰਾਂ ਲੈ ਕੇ ਯਾ ਅਲੀ ਦੇ ਨਾਅਰੇ ਮਾਰਦੇ ਸਿੰਘਾਂ ਵੱਲ ਵਧੇ। ਜਲਾਲੂਦੀਨ ਤੇ ਉਸ ਦੇ ਬਾਕੀ ਸਵਾਰ ਘੋੜਿਆਂ ਤੇ ਚੜੇ ਹੋਏ ਲੜਾਈ ਦਾ ਨਜ਼ਾਰਾ ਵੇਖਣ ਲੱਗੇ ਕਿ ਉਹਨਾਂ ਸਿੱਖ ਹੋਣੇ ਮਾਰੇ ਕੇ ਮਾਰੇ। ਸਿੰਘਾਂ ਨੇ ਅੱਗੋਂ ਸੋਟਿਆਂ ਨਾਲ ਹੀ ਚਾਰੇ ਚਿੱਪ ਕੇ ਢੇਰੀ ਕਰ ਸੁੱਟੇ। ਐਤਕੀਂ 5 ਆਏ ਤੇ ਇਹਨਾਂ ਦਾ ਵੀ ਹਸ਼ਰ ਪਹਿਲਿਆਂ ਵਾਲਾ ਹੀ ਹੋਇਆ। ਸੋਟਿਆਂ ਤਲਵਾਰਾਂ ਨਾਲ ਲੜਾਈ ਹੋ ਰਹੀ ਸੀ। ਜਦ ਅਗਲੇ 5 ਕੋ ਹੋਰ ਆਏ ਤਾਂ ਸਿੰਘਾਂ ਤਲਵਾਰਾਂ ਧੂ ਲਈਆਂ ਤੇ ਚੱਲੀਆਂ ਫੱਕਾ ਫੱਕ। ਇਹ ਵੀ ਸਾਥੀਆਂ ਦੇ ਪਿੱਛੇ ਪਿੱਛੇ ਕਬਰਾਂ ਦੇ ਰਾਹੇ ਪਏ। ਜਦ ਜਲਾਲੂਦੀਨ ਨੇ ਹਰ ਵਾਰ ਆਪਣੇ ਜਵਾਨ ਸਿੰਘਾਂ ਹੱਥੋਂ ਤਾਂ ਉਸ ਦਾ ਮੱਥਾ ਠਣਕਿਆ। ਜ਼ਖਮ ਤਾਂ ਸਿੰਘਾਂ ਨੂੰ ਵੀ ਆਏ ਸਨ, ਪਰ ਉਹਨਾਂ ਪਰਵਾਹ ਹੀ ਨਾ ਕੀਤੀ। ਅੱਗੇ ਨਾਲੋਂ ਦੂਣ ਸਵਾਏ ਹੋ ਗੱਜਦੇ ਸਨ ਤੇ ਲਲਕਾਰ ਰਹੇ ਸਨ ਫੌਜਦਾਰ ਨੂੰ ਕਿ ਬਸ ਹੈ ਇਸ ਤਰ੍ਹਾਂ ਹੀ 5-5 7-7 ਕਰਕੇ ਕੱਢੀ ਆ ਆਪਣੇ ਗਾਜ਼ੀ। ਅਸੀਂ ਵੀ ਚਰੋਕਣੇ ਸ਼ਸਤਰ ਮਾਂਜ ਕੇ ਉਡੀਕਦੇ ਪਏ ਸਾਂ। ਮਸਾਂ ਹੀ ਮੌਕਾ ਹੱਥ ਆਇਆ ਹੈ। ਆ ਖਾਨਾ ਅੱਜ ਕਰ ਲਈਏ ਦਿਲ ਦੀਆਂ। ਫੌਜਦਾਰ ਦੇ ਚੋਣਵੇਂ ਸਿਪਾਹੀ ਧਰਤੀ ਤੇ ਪਏ ਸਨ। ਕੁਝ ਕੁ ਤੜਫ ਰਹੇ ਸਨ। ਹੋਰ ਜੋ ਨਿਕਲਣਗੇ ਉਹਨਾਂ ਦਾ ਹਾਲ ਵੀ ਤਾਂ ਇਹੋ ਜਿਹਾ ਹੀ ਹੋਣਾ। ਕਿਉਂ ਤਨਖਾਹਦਾਰ ਬੰਦਿਆਂ ਜਿਨ੍ਹਾਂ ਦਾ ਨਿਸ਼ਾਨਾ ਪੈਸਾ ਸੀ ਨੇ ਸਿਰ ਲੱਥ ਸੂਰਮਿਆਂ ਅੱਗੇ ਕੀ ਅੜਨਾ ਸੀ। ਆਪਣੇ ਜਵਾਨਾਂ ਦਾ ਹੋਇਆ ਹਸ਼ਰ ਵੇਖ ਕੇ ਫੌਜਦਾਰ 5-5 ਕੱਢ ਕੇ ਸਿੰਘਾਂ ਹੱਥੋਂ ਮੌਤ ਦੇ ਮੂੰਹ ਵਿੱਚ ਧੱਕਣ ਤੋਂ ਬਾਜ਼ ਆਇਆ ਤੇ ਸਾਰੀ ਫੌਜ ਨੂੰ ਇਕੱਠਾ ਇੱਕ ਵਾਰ ਹਮਲਾ ਕਰਨ ਦਾ ਹੁਕਮ ਦੇ ਦਿੱਤਾ। ਬਸ ਫਿਰ ਗੂੰਜੇ ਇੱਕਦਮ ਯਾ ਅਲੀ ਦੇ ਨਾਅਰੇ। ਫਿਰ ਵੀ ਸਿੰਘ ਘਬਰਾਏ ਨਹੀਂ। ਉਹਨਾਂ ਉੱਤੇ ਚਫੇਰਿਓਂ ਵਾਰ ਹੋਣ ਲੱਗੇ। ਦੋਹਾਂ ਸਿੰਘਾਂ ਪਿੱਠਾਂ ਜੋੜ ਲਈਆਂ। ਤੀਰਾਂ ਦੀ ਬੁਛਾੜ ਹੋਈ। ਉਹ ਵੀ ਅੱਗੋਂ ਵੱਜੇ ਤੀਰ ਆਪਣੇ ਸਰੀਰਾਂ ਚੋਂ ਪੁੱਟ ਕੇ ਪਰਾਂ ਵਗਾ ਮਾਰਦੇ ਸਨ ਤੇ ਕਹਿੰਦੇ ਸਨ, ਆਹ ਤੁਹਾਡੇ ਤੀਰ ਹਨ। ਰਤਨ ਸਿੰਘ ਭੰਗੂ ਇਸ ਅਸਾਵੀਂ ਲੜਾਈ ਨੂੰ ਇੰਜ ਬਿਆਨ ਕਰਦਾ, ਤੁਰਕ ਜਿੰਦ ਕੋ ਚਾਹੇ ਬਚਾਈ, ਸਿੰਘਨ ਚਿੰਤਾ ਜਿੰਦ ਨਾ ਕਾਈ। ਜਿੱਧਰੋਂ ਸ਼ਸਤਰ ਤੁਰਕਨ ਆਵੇਂ, ਸਿੰਘ ਸੋ ਦੌੜ ਉੱਤੇ ਵੱਲ ਧਾਵੇਂ। ਪਹੁੰਚ ਸੋ ਤੁਰਕਨ ਸ਼ਸਤਰ ਲਗਾਵੇਂ, ਆਪਣੇ ਨਾਹੀਂ ਸਰੀਰ ਬਚਾਵੇਂ। ਤੁਰਕਨ ਤੇ ਨਿਜ ਸਰੀਰ ਚਿਰਾਵੇਂ, ਲੱਗੇ ਸ਼ਸਤਰ ਤਨ ਖੁਸ਼ੀਆਂ ਆਵੇਂ। ਸੌਂਚੀ ਖੇਲ ਖੇਲੇ ਜਨ ਸਿੰਘ, ਭਰੇ ਛੋਟੀ ਕਤ ਲੰਬੀ ਡਿੰਗ। ਤੁਰਕ ਵੀ ਹੱਲਾ ਕਰ ਕਰ ਮਾਰੇ,
ਮਾਰ ਘੋੜਨ ਚੈ ਫੇਟਣ ਡਾਰੈ। ਚਾਮ ਮਾਸ ਸ਼ਸਤਰ ਲੱਗੈ ਤੇ ਸਿੰਘ ਮਾਨੈ ਨਾਹੀਂ। ਹਾੜ ਲੱਗੇ ਤਬ ਬਲ ਘਟੋ ਤਬ ਸਿੰਘ ਕਛ ਨਾ ਥਕਾਹੇ। ਚੌਪਈ। ਤੀਰ ਲੱਗੈ ਸਿੰਘ ਪਟ ਸਟਾਵੈ ਤੁਰਕਨ ਸੋ ਸੋ ਅੱਖੀਂ ਦਿਖਾਵੈ। ਸਿੰਘ ਕਹੈ ਧ੍ਰਿਗ ਤੁਮਰੇ ਤੀਰ ਹਮਰੋ ਚੀਰ ਨ ਸਕੈ ਸਰੀਰ। ਤਬ ਲਾਗੇ ਤਲਵਾਰ ਚਲਾਨ ਸਿੰਘ ਸੋਟੋਂ ਸੋ ਰੋਕੈ ਤਾਨ। ਦੂਵਨ ਸਿੰਘਨ ਲਈ ਪਿੱਠ ਜੋੜ ਸੋਟਨ ਸੋ ਦਏ ਘੋੜੇ ਮੋੜ। ਦੋਹਰਾ। ਘੋੜੇ ਛੱਡ ਪਿਆਦੇ ਭਏ ਡਾਹੇ ਆਗੇ ਢਾਲ। ਸੋਟਨ ਸੋ ਉਨ ਢਾਲ ਕੋ ਕੀਨੋ ਬੁਰੋ ਹਵਾਲ। ਜਦ ਤੀਰਾਂ ਤਲਵਾਰਾਂ ਸੋਟਿਆਂ ਦੀ ਲੜਾਈ ਵਿੱਚ ਤੁਰਕਾਂ ਦੇ ਸਿੰਘ ਕਾਬੂ ਨਾ ਆਏ ਤਾਂ ਜਲਾਲੂਦੀਨ ਖਾਂ ਨੇ ਬੰਦੂਕਾਂ ਭਰ ਕੇ ਸਿੰਘਾਂ ਉੱਤੇ ਦਾਗਣ ਦਾ ਹੁਕਮ ਦਿੱਤਾ। ਨਾਲੇ ਹੱਲਾਸ਼ੇਰੀ ਦਿੱਤੀ ਕਿ ਹੁਣ ਤਾਂ ਦੋਵੇਂ ਡਾਢੇ ਘਾਇਲ ਹੋ ਚੁੱਕੇ ਹਨ। ਜੇ ਜਿਉਂਦਿਆਂ ਨਹੀਂ ਫੜੇ ਜਾਂਦੇ ਤਾਂ ਗੋਲੀਆਂ ਨਾਲ ਹੱਡ ਲੱਤਾਂ ਬਾਹਾਂ ਤੋੜ ਸੁੱਟੋ। ਲੱਗੀਆਂ ਫੇਰ ਭਰ ਭਰ ਬੰਦੂਕਾਂ ਦੱਗਣ। ਤਉ ਤੁਰਕਨ ਬੰਦੂਕ ਸੰਭਾਰੀ ਲਾਵੇਂ ਸਿੰਘਨ ਗੋਲੀ ਭਾਰੀ। ਜਹਾਂ ਲੱਗੇ ਹੱਡ ਦੇਵੈ ਤੋੜ ਸੋਟੇ ਲਾਵੇਂ ਹੱਥ ਦੈਂ ਫੋੜ। ਸਿੰਘ ਸੋਟੇ ਹੱਥ ਖੱਬੇ ਫੜੇ ਮਾਰ ਬੰਦੂਕਨ ਲੰਗੜੇ ਕਰੇ। ਜਬ ਸਿੰਘਨ ਕੀ ਟੰਗ ਦਈ ਤੋੜ ਕਹੈ ਸਿੰਘਨ ਅਬ ਮਿਲੋ ਹੱਥ ਜੋੜ। ਤੁਮਰੀ ਅਬ ਹਮ ਬਖਸ਼ੀ ਜਾਨ ਰਖੈ ਤੁਮੇ ਕਰ ਮੁਸਲਮਾਨ। ਜਦ ਸੱਜੀ ਬਾਂਹ ਤੇ ਲੱਤ ਪੈਰ ਟੁੱਟ ਗਏ ਤਾਂ ਇੱਕੋ ਲੱਤ ਤੇ ਲੰਗੀ ਤੋਰ ਹੀ ਖੱਬੇ ਹੱਥ ਸ਼ਸਤਰ ਲੈ ਕੇ ਲੜਨ ਲੱਗੇ। ਸੁਣੋ ਭੰਗੂ ਜੀ ਕੀ ਦੱਸਦੇ ਹਨ। ਦੋਹਰਾ। ਸਿੰਘ ਉੱਠੇ ਇੱਕ ਟੰਗ ਸਿਉ ਇੱਕ ਟੰਗਨ ਕੀ ਤੋਰ। ਖਾਇਓ ਵਤ ਕਰਲਾਂ ਕਰੈ ਮਾਰ ਸੋਟਨ ਸਿਰ ਦਇਓ ਫੋਰ। ਚੌਪਈ। ਤੋ ਊਹਾਂ ਸਿੰਘ ਜਾ ਡਿੱਗ ਪਏ ਗੂਡਨ ਕੂਨ ਉੱਤੇ ਵਲ ਗਏ। ਸਿੰਘ ਉਨਟੈ ਮੁੜੀ ਨਾ ਆਖ ਐਸੇ ਗਏ ਵੱਡੇ ਹਮ ਆਖ। ਦੋਹਰਾ। ਅੱਖਾਂ ਤਾਂ ਸੋਈ ਮੋੜੇ ਜਿਸ ਚਿਤ ਕਿਛ ਸ਼ੰਕਾ। ਜਿਨ ਜੀਵਨ ਆਸਾ ਤਜੀ ਨੈਵੈ ਆਖ ਚੁਰਾਹੇ। ਸਨਮੁਖ ਸੂਰੇ ਭਿੜਤ ਹੈ ਆਖਨ ਆਖ ਮਿਲਾਏ। ਲਾਲੀ ਮੁਖ ਭੁਜ ਫਰਕ ਹੈ ਮੁਖ ਤਲਵਾਰਾਂ ਖਾਏ। ਚੌਪਈ। ਟੂਕ ਟੂਕ ਸੋ ਤੁਰਕਨ ਕਰੈ ਮਤ ਸਿੰਘ ਫੇਰ ਨਾ ਹੋਵੇ ਖਰੇ। ਇਸ ਬਿਦ ਸਿੰਘਨ ਸ਼ਹੀਦੀ ਪਾਈ ਧਨ ਮਾਤਾ ਧਨ ਪਿਤਾ ਉਸ ਭਾਈ। ਜਾਏ ਰਲੇ ਵੈ ਸ਼ਹੀਦਨ ਡੇਰੇ ਪੀਰ ਪੈਗੰਬਰ ਫੜ ਜਿਨ ਕੇਰੇ। ਜਦ ਦੋਹਾਂ ਦੀਆਂ ਦੋਵੇਂ ਲੱਤਾਂ ਗੋਲੀਆਂ ਮਾਰ ਕੇ ਤੋੜ ਦਿੱਤੀਆਂ ਸਿੰਘ ਗੋਡਿਆਂ ਪਰਨੇ ਹੋ ਕੇ ਖੱਬੇ ਹੱਥਾਂ ਵਿੱਚ ਫੜੇ ਸੋਟਿਆਂ ਤੇ ਤਲਵਾਰਾਂ ਨਾਲ ਲੜਦੇ ਰਹੇ। ਗੋਲੀਆਂ ਅੱਗੇ ਕੀ ਵਾਹ ਸੀ। ਓੜਕ ਸਿਪਾਹੀਆਂ ਨੇ ਛਾਤੀਆਂ ਤੇ ਸਿਰਾਂ ਵਿੱਚ ਗੋਲੀਆਂ ਮਾਰ ਕੇ ਦੋਹਾਂ ਨੂੰ ਸ਼ਹੀਦ ਕਰ ਦਿੱਤਾ। ਸਿਪਾਹੀਆਂ ਦੇ ਦਿਲਾਂ ਤੇ ਐਸੀ ਦਹਿਸ਼ਤ ਬੈਠ ਗਈ ਸੀ ਕਿ ਸ਼ਹੀਦ ਹੋਇਆਂ ਸਿੰਘਾਂ ਦੇ ਵੀ ਲਾਗੇ ਕਾਫੀ ਦੇਰ ਤੱਕ ਨਾ ਟੁਕਣ। ਮਤੇ ਸਿੰਘ ਫੇਰ ਉੱਠ ਖਲੋਣ। ਜਦ ਤਸੱਲੀ ਹੋ ਗਈ ਤਾਂ ਉਹਨਾਂ ਆਪਣੇ ਮਾਰੇ ਗਏ ਸਾਥੀਆਂ ਦਾ ਗੁੱਸਾ ਕੱਢਦਿਆਂ ਦੋਹਾਂ ਸੂਰਮਿਆਂ ਦੇ ਤਲਵਾਰਾਂ ਨਾਲ ਸੈਂਕੜੇ ਟੋਟੇ ਕਰ ਸੁੱਟੇ ਮਾਨੋ ਕੀਮਾ ਹੀ ਬਣਾ ਦਿੱਤਾ। ਸਿੰਘਾਂ ਨੂੰ ਵੱਜੀ ਬੋਲੀ ਦਾ ਦਾਗ ਆਪਣੇ ਖੂਨ ਨਾਲ ਧੋ ਕੇ ਸੁਰਖਰੂ ਹੋ ਆਪਣੇ ਸ਼ਹੀਦ ਵੀਰ ਬਹਾਦਰ ਸਿੰਘਾਂ ਵਿੱਚ ਜਾ ਬਿਰਾਜੇ। 30 ਤੋਂ ਵੱਧ ਫੌਜਦਾਰ ਜਲਾਲੂਦੀਨ ਦੇ ਬੰਦੇ ਮਾਰੇ ਗਏ। ਇਸ ਸਾਕੇ ਨੇ ਸਾਰੇ ਦੇਸ਼ ਵਿੱਚ ਤਰਥੱਲੀ ਮਚਾ ਦਿੱਤੀ। ਸਿੱਖ ਸਪਿਰਿਟ ਦਾ ਸਰੋਤ ਸਿੰਘਾਂ ਵਿੱਚ ਇਸ ਅਦੁੱਤੀ ਸਪਿਰਿਟ ਦਾ ਸਰੋਤ ਦਸ਼ਮੇਸ਼ ਜੀ ਦੇ ਖੰਡੇ ਬਾਟੇ ਦੀ ਪਹੁਲ ਇਹ ਦਾਤ ਪਾ ਕੇ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਤੇ ਆਪ ਦਾ ਰੱਖਣ ਵਾਸਤੇ ਜਦ ਵੀ ਸਮੇਂ ਨੇ ਵੰਗਾਰ ਪਾਈ ਸਿੰਘਾਂ ਅਜਿਹੇ ਅਨੇਕਾਂ ਕਾਰਨਾਮੇ ਕਰ ਵਿਖਾਏ ਅਤੇ ਇਹਨਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਉਹ ਆਪਣੀਆਂ ਜਾਨਾਂ ਨੂੰ ਪੰਥ ਦੀ ਅਮਾਨਤ ਸਮਝਦੇ ਸਨ। ਜਦ ਵੀ ਹਰਫ ਆਉਂਦਾ ਦਿਸਿਆ ਅਣਖ ਨੂੰ ਵੱਟਾ ਲੱਗਦਾ ਨਜ਼ਰ ਆਇਆ ਉਹ ਸਨਮੁਖ ਹੋ ਕੇ ਜੂਝੇ ਤੇ ਪੰਥ ਦੀ ਆਨ ਸ਼ਾਨ ਤੇ ਚੜ੍ਹਦੀ ਕਲਾ ਦੀ ਸ਼ਮਾ ਉੱਤੇ ਪਰਵਾਨਿਆਂ ਵਾਂਗ ਭੁੱਜ ਮਰੇ। ਅਸਲ ਗੱਲ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾਂ ਵਾਂਗ ਮਰਨ ਵਾਸਤੇ ਸਨ। ਮੌਤ ਦਾ ਉਹਨਾਂ ਕਦੇ ਭਉ ਮੰਨਿਆ ਹੀ ਨਹੀਂ ਸੀ। ਜ਼ਿੰਦਗੀ ਦੀ ਲਾਲਸਾ ਰੱਖਣ ਵਾਲਾ ਉਹਨਾਂ ਦੇ ਮਾਰਗ ਤੇ ਨਹੀਂ ਸੀ ਚੱਲ ਸਕਦਾ। ਅੰਮ੍ਰਿਤ ਛਕ ਕੇ ਉਹੀ ਸਿੰਘ ਸਜਦਾ ਸੀ ਜਿਸ ਨੇ ਦੇਸ਼ ਧਰਮ ਦੀ ਖਾਤਰ ਸਨਮੁਖ ਹੋ ਕੇ ਮਰਨਾ ਕਬੂਲ ਕਰ ਲਿਆ ਹੋਵੇ।
ਇਹ ਮਾਰਗ ਅਖਤਿਆਰ ਕਰਕੇ ਅੰਮ੍ਰਿਤ ਛਕਣ ਵਾਲਿਆਂ ਨੇ ਤਾਂ ਸਮਝਣਾ ਹੀ ਸੀ, ਸਗੋਂ ਉਹਦੇ ਘਰ ਦੇ ਜੀਅ ਵੀ ਇਹ ਸਮਝ ਲੈਂਦੇ ਸਨ ਕਿ ਪੰਥ ਦੀ ਖਾਤਰ ਮਰਦਾਂ ਵਾਂਗ ਮਰਨ ਵਾਸਤੇ ਹੀ ਇਹ ਸਿੰਘ ਸੱਜਿਆ ਹੈ। ਉਹਨਾਂ ਵਕਤਾਂ ਵਿੱਚ ਤਾਂ ਮਾਵਾਂ ਵੀ ਅੰਮ੍ਰਿਤਧਾਰੀ ਪੁੱਤਰ ਸੰਬੰਧੀ ਇੱਕ ਵਿਸ਼ੇਸ਼ ਉੱਤਰ ਦਿੰਦੀਆਂ। ਜੇ ਕੋਈ ਇੱਕ ਔਰਤ ਦੂਸਰੀ ਸਿੱਖ ਔਰਤ ਨੂੰ ਪੁੱਛਦੀ, ਤੇਰੇ ਕਿੰਨੇ ਪੁੱਤਰ ਹਨ, ਤਾਂ ਉਹ ਜਵਾਬ ਦਿੰਦੀ ਕਿ 4 ਸਨ, ਪਰ ਇੱਕ ਨੇ ਅੰਮ੍ਰਿਤ ਛਕ ਲਿਆ ਤੇ ਸਿੰਘ ਸੱਜ ਗਿਆ ਹੈ। ਇਸ ਦਾ ਸਪਸ਼ਟ ਭਾਵ ਇਹ ਹੈ ਕਿ ਉਸ ਕਰੜੇ ਦੌਰ ਵਿੱਚ ਸਿੰਘ ਬਣਨਾ ਸਿੱਧਾ ਮੌਤ ਦੇ ਮੂੰਹ ਪੈਣ ਬਰਾਬਰ ਸੀ। ਪਰ ਅਸ਼ਕੇ ਉਹਨਾਂ ਸੂਰਮਿਆਂ ਦੇ ਜੋ ਅਡੋਲ ਨਿਸ਼ਚੇ ਨਾਲ ਅੰਮ੍ਰਿਤ ਛਕ ਕੇ ਪੰਥ ਦੀ ਖਾਤਰ ਵੱਧ ਕੇ ਮੌਤ ਦੇ ਗਲ ਲੱਗਦੇ ਰਹੇ, ਅਸਲ ਵਿੱਚ ਇਹੋ ਹੀ ਸਿੱਖੀ ਦਾ ਸੁਨਹਿਰੀ ਯੁੱਗ ਸੀ। ਭੂਰਿਆਂ ਵਾਲੇ ਰਾਜੇ ਕੀਤੇ ਭਾਗ 38। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।